ਪਿਆਰੇ ਵਿਦਿਆਰਥੀਓ, ਅੱਜ ਦਾ ਸਾਡੀ ਚਰਚਾ ਦਾ ਵਿਸ਼ਾ ਹੈ ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ। ਇਸ ਵਿਸ਼ੇ ਦੇ ਉੱਪਰ ਚਰਚਾ ਕਰਦੇ ਹੋਏ ਅਸੀਂ ਪ੍ਰਿਥਵੀ ਅਤੇ ਸੂਰਜੀ ਪਰਿਵਾਰ ਅਤੇ ਅਸਮਾਨ ਦੇ ਬਾਰੇ 'ਚ ਹੋਰ ਬਹੁਤ ਸਾਰੀਆਂ ਗੱਲਾਂ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰਾਂਗੇ। ਸ਼ੁਰੂ ਕਰਦੇ ਹਾਂ ਅੱਜ ਦਾ ਅਸੀਂ ਇਹ ਪਾਠ। ਰਾਤ ਨੂੰ ਜਦੋਂ ਅਸੀਂ ਅਸਮਾਨ ਦੇ ਵਿੱਚ ਝਾਤੀ ਮਾਰਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਚੰਨ, ਤਾਰੇ ਅਤੇ ਨਿੱਕੇ ਵੱਡੇ ਚਮਕੀਲੇ ਤਾਰੇ ਨਜ਼ਰ ਆਉਂਦੇ ਨੇ, ਜਿਨ੍ਹਾਂ ਨੂੰ ਕਈ ਵਾਰ ਅਸੀਂ ਦੇਖਦੇ ਹੋਏ ਇਹ ਵੀ ਮਹਿਸੂਸ ਕਰਦੇ ਹਾਂ ਕਿ ਜਿਵੇਂ ਕਿ ਉਹ ਗਤੀ ਕਰ ਰਹੇ ਹੋਣ। ਤਾਂ ਇਹਨਾਂ ਤੁਰਦੇ ਫਿਰਦੇ ਤਾਰਿਆਂ ਦੇ ਬਾਰੇ 'ਚ ਸਾਡੇ ਮਨ ਦੇ ਵਿੱਚ ਕਈ ਸਾਰੇ ਵਿਚਾਰ ਪੈਦਾ ਹੁੰਦੇ ਨੇ ਔਰ ਸਾਨੂੰ ਇਹ ਵੀ ਸਾਡੇ ਮਨ ਦੇ ਵਿੱਚ ਕੁਐਸਚਨ ਆਉਂਦਾ ਹੈਗਾ ਕਿ ਇਹ ਕਿਉਂ ਚਮਕ ਰਹੇ ਹਨ, ਇਹਨਾਂ ਦੇ ਪਿੱਛੇ ਚਮਕਣ ਦੇ ਪਿੱਛੇ ਵਜ੍ਹਾ ਕੀ ਹੈ। ਤਾਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਪੁਲਾੜ ਦੇ ਵਿੱਚ ਜਾ ਕੇ ਜਦੋਂ ਵਿਗਿਆਨੀਆਂ ਨੇ ਧਰਤੀ ਦੇ ਉੱਪਰ ਨਜ਼ਰ ਮਾਰੀ ਤਾਂ ਧਰਤੀ ਵੀ ਉਹਨਾਂ ਨੂੰ ਉੱਥੇ ਚਮਕਦੀ ਹੋਈ ਹੀ ਨਜ਼ਰ ਆਈ ਹੈ। ਸੂਰਜ ਰੋਜ਼ਾਨਾ ਚੜ੍ਹਦਾ ਹੈ, ਛਿਪਦਾ ਹੈ, ਇਸ ਦੇ ਪਿੱਛੇ ਕੀ ਰਾਜ ਹੈ, ਅਸੀਂ ਇਸ ਪਾਠ ਦੇ ਵਿੱਚ ਇਹਨਾਂ ਪ੍ਰਸ਼ਨਾਂ ਦੇ ਉੱਪਰ ਚਰਚਾ ਕਰਾਂਗੇ। ਇਸ ਪਾਠ ਦੇ ਵਿੱਚ ਤੁਹਾਨੂੰ ਇਹਨਾਂ ਸਾਰੇ ਪ੍ਰਸ਼ਨਾਂ ਦੇ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬ੍ਰਹਿਮੰਡ ਬਾਰੇ। ਬ੍ਰਹਿਮੰਡ, ਜਿਸ ਨੂੰ ਇੰਗਲਿਸ਼ ਦੇ ਵਿੱਚ ਯੂਨੀਵਰਸ ਕਿਹਾ ਜਾਂਦਾ ਹੈਗਾ, ਇਹ ਸੂਰਜ, ਗ੍ਰਹਿ, ਧਰਤੀ, ਚੰਨ, ਤਾਰੇ, ਨਿੱਕੇ ਵੱਡੇ ਧੂੜ, ਗੈਸ, ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਬਹੁਤ ਵੱਡਾ ਮਿਸ਼ਰਣ ਹੈ। ਬ੍ਰਹਿਮੰਡ ਆਕਾਰ ਵਿੱਚ ਇੰਨਾ ਵੱਡਾ ਹੈ ਕਿ ਜਿਸ ਦੇ ਬਾਰੇ 'ਚ ਅਸੀਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦੇ ਹਾਂ। ਅਸੀਂ ਨਹੀਂ ਜਾਣਦੇ ਕਿ ਬ੍ਰਹਿਮੰਡ ਦਾ ਕਿੰਨਾ ਕੁ ਆਕਾਰ ਹੈ, ਇਹ ਸਾਡੀ ਸੋਚ ਸਮਝ ਤੋਂ ਕਿਤੇ ਜ਼ਿਆਦਾ ਹੈ। ਬ੍ਰਹਿਮੰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਨੇ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਕਹੀਏ ਕਿ ਜਿਵੇਂ ਇਸ ਤਰ੍ਹਾਂ ਮੰਨ ਸਕਦੇ ਹੋ ਵੀ ਜਿਵੇਂ ਸਾਡਾ ਸਕੂਲ ਹੈ, ਸਕੂਲ ਦੀ ਇਮਾਰਤ ਹੈ, ਉਸ ਦੇ ਵਿੱਚ ਕਮਰੇ ਨੇ, ਕਮਰੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ, ਤੁਹਾਡੇ ਲਈ ਡੈਸਕ ਨੇਗੇ ਜਾਂ ਹੋਰ ਸਾਰੀਆਂ ਚੀਜ਼ਾਂ ਨੇਗੀਆਂ। ਤਾਂ ਠੀਕ ਐਵੇਂ ਹੀ ਮੰਨ ਸਕਦੇ ਹੋਗੇ ਕਿ ਜਿਵੇਂ ਸਕੂਲ ਸਭ ਤੋਂ ਵੱਡੀ ਇਕਾਈ ਹੈ ਤਾਂ ਬ੍ਰਹਿਮੰਡ ਸਭ ਤੋਂ ਵੱਡੀ ਇਕਾਈ ਹੈ। ਬ੍ਰਹਿਮੰਡ ਦੇ ਵਿੱਚ ਹੀ ਸਾਰਾ ਕੁਛ ਸ਼ਾਮਲ ਹੈ। ਬ੍ਰਹਿਮੰਡ ਦਾ ਇੱਕ ਹਿੱਸਾ ਹੈ ਗਲੈਕਸੀ, ਜਿਸ ਨੂੰ ਆਕਾਸ਼ ਗੰਗਾ ਕਿਹਾ ਜਾਂਦਾ ਹੈਗਾ, ਔਰ ਸਾਡੀ ਆਕਾਸ਼ ਗੰਗਾ ਨੂੰ ਅਸੀਂ ਇੰਗਲਿਸ਼ ਦੇ ਵਿੱਚ ਮਿਲਕੀ ਵੇ ਆਖਦੇ ਹਾਂ। ਔਰ ਆਕਾਸ਼ ਗੰਗਾ ਇੱਕ ਨਹੀਂ ਹੈ, ਬ੍ਰਹਿਮੰਡ ਦੇ ਵਿੱਚ ਅਨੇਕਾਂ ਅਣਗਿਣਤ ਆਕਾਸ਼ ਗੰਗਾਵਾਂ ਨੇ, ਜਿਨ੍ਹਾਂ ਦੇ ਬਾਰੇ 'ਚ ਕੋਈ ਗਿਣਤੀ ਹਜੇ ਤੱਕ ਸਾਡੇ ਕੋਲ ਨਹੀਂ ਹੈ ਕਿ ਇਹਨਾਂ ਦੀ ਗਿਣਤੀ ਕਿੰਨੀ ਹੈ। ਇਸੇ ਤਰ੍ਹਾਂ ਇੱਕ ਆਕਾਸ਼ ਗੰਗਾ ਦੇ ਵਿੱਚ ਸੂਰਜੀ ਪਰਿਵਾਰ ਹੁੰਦੇ ਨੇ। ਬਹੁਤ ਸਾਰੇ ਸੂਰਜ ਚਮਕ ਰਹੇ ਨੇ। ਸੂਰਜ ਇੱਕ ਤਰ੍ਹਾਂ ਨਾਲ ਇੱਕ ਤਾਰਾ ਹੈ। ਅਸੀਂ ਇਸ ਦੇ ਬਾਰੇ 'ਚ ਅੱਗੇ ਚਰਚਾ ਕਰਾਂਗੇ। ਤਾਂ ਸੂਰਜੀ ਪਰਿਵਾਰ ਨੇ, ਸੂਰਜੀ ਪਰਿਵਾਰ ਦੇ ਵਿੱਚ ਹੋਰ ਅੱਗੇ ਕੀ ਸ਼ਾਮਲ ਹੈ? ਗ੍ਰਹਿ, ਉਪਗ੍ਰਹਿ, ਛੋਟੇ ਗ੍ਰਹਿ, ਪੁੱਛਲ ਤਾਰੇ, ਧੂਮਕੇਤੂ, ਉਲਕਾ ਪਿੰਡ ਅਤੇ ਆਕਾਸ਼ ਵਿੱਚ ਸਥਿਤ ਜੋ ਅਣਗਿਣਤ ਸੂਰਜ, ਗ੍ਰਹਿ, ਚੰਨ, ਤਾਰੇ, ਨਿੱਕੇ ਵੱਡੇ, ਇਹ ਸਾਰੇ ਇਹਨਾਂ ਨੂੰ ਅਸੀਂ ਮੁੱਢਲੇ ਤੌਰ 'ਤੇ ਆਖਦੇ ਹਾਂ ਖਗੋਲੀ ਪਿੰਡ। ਹੁਣ ਮੈਂ ਤੁਹਾਡੀ ਨੌਲੇਜ ਦੇ ਲਈ ਇੱਕ ਵੀਡੀਓ ਪਲੇ ਕਰਨ ਜਾ ਰਿਹਾ, ਜਿਸ ਤੋਂ ਤੁਸੀਂ ਅੰਦਾਜ਼ਾ ਲਾਓਗੇ ਕਿ ਸਾਡਾ ਬ੍ਰਹਿਮੰਡ ਕਿੰਨਾ ਜ਼ਿਆਦਾ ਵੱਡਾ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸਾਡੀ ਧਰਤੀ ਤੋਂ ਜ਼ੂਮ ਇਨ ਕਰਿਆ ਜਾ ਰਿਹਾ ਹੈ, ਔਰ ਇਸ ਦੇ ਨਾਲ ਹੀ ਹੁਣ ਤੁਸੀਂ ਸਾਹਮਣੇ ਜੋ ਚਮਕਦੀ ਹੋਈ ਰੋਸ਼ਨੀ ਆ ਰਹੀ ਹੈ, ਇਹ ਸਾਡਾ ਸੂਰਜ ਹੈ। ਤੁਹਾਨੂੰ ਹੋਰ ਬਾਕੀ ਦੇ 8 ਗ੍ਰਹਿਾਂ ਬਾਰੇ ਵੀ ਇੱਥੇ ਥੋੜ੍ਹੀ ਥੋੜ੍ਹੀ ਜਾਣਕਾਰੀ ਪ੍ਰਾਪਤ ਹੁੰਦੀ ਰਹੇਗੀ। ਇਹ ਜੋ ਤੁਹਾਡੇ ਸਾਹਮਣੇ ਜਾ ਰਹੇ ਨੇ, ਇਹ ਬਹੁਤ ਸਾਰੇ ਉਲਕਾ ਪਿੰਡ ਨੇ। ਇਸ ਤੋਂ ਇਲਾਵਾ ਹੁਣ ਤੁਸੀਂ ਦੇਖੋਗੇ ਕਿ ਵੱਖ-ਵੱਖ ਗ੍ਰਹਿ ਜੋ ਸਾਡੇ ਸਾਹਮਣੇ ਤੋਂ ਪਾਸ ਹੋ ਰਹੇ ਹਨ, ਜਿਵੇਂ ਕਿ ਇਹ ਸ਼ਨੀ ਗ੍ਰਹਿ ਹੈ ਜੋ ਤੁਹਾਡੇ ਸਾਹਮਣੇ ਗਿਆ, ਛੱਲਿਆਂ ਵਾਲਾ ਗ੍ਰਹਿ ਹੈ। ਹੋਰ ਵੀ ਬਹੁਤ ਸਾਰੇ ਗ੍ਰਹਿ ਹੌਲੀ ਹੌਲੀ ਤੁਹਾਡੇ ਅੱਗੇ ਤੋਂ ਜਾ ਰਹੇ ਹਨ। ਦੇਖ ਰਹੇ ਹੋਵੋਗੇ। ਹੁਣ ਅਸੀਂ ਆਪਣੇ ਸੂਰਜੀ ਪਰਿਵਾਰ ਤੋਂ ਬਾਹਰ ਜਾ ਰਹੇ ਹਾਂ। ਅਸੀਂ ਆਕਾਸ਼ ਗੰਗਾ ਦੇ ਵਿੱਚ ਐਂਟਰ ਹੋ ਰਹੇ ਹਾਂ। ਤੁਸੀਂ ਹੁਣ ਛੇਤੀ ਹੀ ਦੇਖੋਗੇ ਕਿ ਜੋ ਸਾਡੀ ਆਕਾਸ਼ ਗੰਗਾ ਹੈ, ਮਿਲਕੀ ਵੇ, ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਉਹਦੇ ਬਾਰੇ 'ਚ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ, ਇਹ ਹੈ ਸਾਡੀ ਆਕਾਸ਼ ਗੰਗਾ ਮਿਲਕੀ ਵੇ। ਅਤੇ ਤੁਸੀਂ ਹੋਰ ਖੱਬੇ ਸੱਜੇ ਤੋਂ ਬਹੁਤ ਸਾਰੀਆਂ ਅਜਿਹੀਆਂ ਆਕਾਸ਼ ਗੰਗਾ ਦਿਖਾਈ ਦੇ ਰਹੀਆਂ ਹੋਣਗੀਆਂ ਤੁਹਾਨੂੰ। ਤਾਂ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨੇ ਜ਼ਿਆਦਾ ਵੱਡੇ ਵਿਸਥਾਰ ਦੇ ਨਾਲ ਇਹ ਬ੍ਰਹਿਮੰਡ ਫੈਲਿਆ ਹੋਇਆ ਹੈ। ਤਾਂ ਇਹੀ ਜਾਣਕਾਰੀ ਤੁਹਾਡੇ ਲਈ ਤੁਹਾਨੂੰ ਦੱਸਦੀ ਹੈ ਕਿ ਬ੍ਰਹਿਮੰਡ ਕਿੰਨਾ ਜ਼ਿਆਦਾ ਵੱਡਾ ਹੈ। ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਜ਼ਰੀਏ ਦੇਖਿਆ ਕਿ ਅਸਮਾਨ ਦੇ ਵਿੱਚ ਕਿੰਨੇ ਹੀ ਅਣਗਿਣਤ ਤਾਰੇ,
ਗ੍ਰਹਿ ਉਪਗ੍ਰਹਿ ਨਿੱਕੇ ਵੱਡੇ ਉਲਕਾ ਪਿੰਡ ਦਿਖਾਈ ਦਿੱਤੇ ਤੁਹਾਨੂੰ, ਉਹਨਾਂ ਸਾਰਿਆਂ ਨੂੰ ਅਸੀਂ ਕੀ ਆਖਦੇ ਹਾਂ? ਖਗੋਲ ਪਿੰਡ। ਖਗੋਲ ਪਿੰਡ ਕੀ ਹੁੰਦੇ ਨੇ? ਖਗੋਲ ਆਕਾਸ਼ ਜਾਂ ਪੁਲਾੜ ਦੇ ਨਾਲ ਸੰਬੰਧਿਤ ਇੱਕ ਵਿਸ਼ਾ ਹੈ, ਜਿਸ ਦਾ ਅਧਿਐਨ ਕਰਨ ਵਾਲੇ ਮਨੁੱਖਾਂ ਨੂੰ ਅਸੀਂ ਖਗੋਲ ਵਿਗਿਆਨੀ ਆਖਦੇ ਹਾਂ। ਤੁਸੀਂ ਅਮਰੀਕਾ ਵਿੱਚ ਵਸ ਰਹੀ ਭਾਰਤ ਦੀ ਧੀ ਸਵਰਗੀ ਕਲਪਨਾ ਚਾਵਲਾ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ, ਜੋ ਕਿ ਇੱਕ ਬਹੁਤ ਮਸ਼ਹੂਰ ਪੁਲਾੜ ਯਾਤਰੀ ਵੀ ਸੀ ਅਤੇ ਖਗੋਲ ਵਿਗਿਆਨੀ ਵੀ ਸੀ। ਇਸ ਦੇ ਨਾਲ ਹੀ ਤੁਸੀਂ ਨਾਮ ਸੁਣਿਆ ਹੋਵੇਗਾ ਸੁਨੀਤਾ ਵਿਲੀਅਮਸ ਦਾ। ਹੋਰ ਵੀ ਬਹੁਤ ਸਾਰੇ ਖਗੋਲ ਵਿਗਿਆਨੀ ਨੇ ਜਿਹੜੇ ਹਰ ਸਾਲ ਅਸਮਾਨ ਦੇ ਵਿੱਚ ਜਾਂ ਪੁਲਾੜ ਯਾਤਰਾ ਵੀ ਕਰਦੇ ਨੇ ਅਤੇ ਖਗੋਲ ਦੇ ਬਾਰੇ 'ਚ ਜਾਣਕਾਰੀ ਵੀ ਇਕੱਠੀ ਕਰਦੇ ਨੇ। ਤੁਸੀਂ ਦੇਖਿਆ ਇਸ ਵੀਡੀਓ ਦੇ ਜ਼ਰੀਏ ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਅਸਮਾਨ ਦੇ ਵਿੱਚ ਰੌਸ਼ਨੀ ਨਾਲ ਚਮਕਦੀਆਂ ਹੋਈਆਂ ਨਜ਼ਰ ਆਈਆਂ, ਔਰ ਇਸ ਨੂੰ ਦੇਖ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਪਣੀ ਰੌਸ਼ਨੀ ਨਾਲ ਚਮਕਦੀਆਂ ਨੇ, ਪਰ ਅਜਿਹਾ ਨਹੀਂ ਹੈ। ਕੁਝ ਪਿੰਡ ਨੇ ਜੋ ਦੂਸਰਿਆਂ ਦੀ ਰੌਸ਼ਨੀ ਨਾਲ ਚਮਕਦੇ ਨੇ, ਔਰ ਕੁਝ ਪਿੰਡ ਨੇ ਜੋ ਆਪਣੀ ਰੌਸ਼ਨੀ ਨਾਲ ਚਮਕਦੇ ਨੇ। ਜੋ ਆਪਣੀ ਰੌਸ਼ਨੀ ਨਾਲ ਚਮਕਦੇ ਨੇ ਉਹਨਾਂ ਨੂੰ ਅਸੀਂ ਤਾਰੇ ਆਖਦੇ ਹਾਂ, ਔਰ ਇਨਫੈਕਟ ਜਿਹੜਾ ਸੂਰਜ ਹੈ ਉਹ ਵੀ ਇੱਕ ਤਾਰਾ ਹੀ ਹੈ। ਪਰ ਤਾਰਿਆਂ ਦੀ ਰੌਸ਼ਨੀ ਦੇ ਨਾਲ ਜੋ ਪਿੰਡ ਚਮਕਦੇ ਨੇ ਉਹਨਾਂ ਨੂੰ ਗ੍ਰਹਿ ਉਪਗ੍ਰਹਿ ਜਾਂ ਫਿਰ ਉਲਕਾ ਪਿੰਡ ਕਿਹਾ ਜਾਂਦਾ ਹੈ। ਅਸੀਂ ਅਸਮਾਨ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਆਬਜੈਕਟ ਨੇ ਜਿਹੜੇ ਉਹ ਚਮਕਦੇ ਹੋਏ ਨਜ਼ਰ ਆਉਂਦੇ ਨੇ, ਅਤੇ ਇਸੇ ਤਰ੍ਹਾਂ ਜੇ ਪੁਲਾੜ ਦੇ ਵਿੱਚੋਂ ਝਾਤੀ ਮਾਰੀਏ ਤਾਂ ਸਾਡੀ ਧਰਤੀ ਵੀ ਚਮਕਦੀ ਹੋਈ ਹੀ ਨਜ਼ਰ ਆਉਂਦੀ ਹੈ। ਔਰ ਇਹ ਕਿਉਂ ਚਮਕਦੀ ਹੈ? ਕਿਉਂਕਿ ਇਸ 'ਤੇ ਸੂਰਜ ਦੀ ਰੌਸ਼ਨੀ ਪੈਣ ਕਾਰਨ ਇਹ ਚਮਕ ਰਹੀ ਹੈ। ਵਿਗਿਆਨ ਦੀ ਭਾਸ਼ਾ ਦੇ ਵਿੱਚ ਅਸੀਂ ਆਖਦੇ ਹਾਂ ਕਿ ਜਿਹੜੇ ਖਗੋਲੀ ਪਿੰਡ ਜਾਂ ਆਕਾਸ਼ੀ ਪਿੰਡ ਆਪਣੀ ਰੌਸ਼ਨੀ ਕਰਕੇ ਚਮਕਦੇ ਹਨ ਉਹਨਾਂ ਨੂੰ ਅਸੀਂ ਤਾਰੇ ਆਖਦੇ ਹਾਂ, ਔਰ ਜੋ ਦੂਸਰਿਆਂ ਦੀ ਰੌਸ਼ਨੀ ਦੇ ਨਾਲ ਚਮਕਦੇ ਹਨ ਉਹਨਾਂ ਨੂੰ ਗ੍ਰਹਿ ਜਾਂ ਉਪਗ੍ਰਹਿ ਕਿਹਾ ਜਾਂਦਾ ਹੈ। ਤੁਹਾਨੂੰ ਜਦੋਂ ਰਾਤ ਨੂੰ ਅਸਮਾਨ ਦੇ ਵਿੱਚ ਅਸੀਂ ਨਜ਼ਰ ਮਾਰਦੇ ਹਾਂ ਤਾਂ ਕੁਝ ਜਗ੍ਹਾ 'ਤੇ ਸਾਨੂੰ ਤਾਰਿਆਂ ਦੀ ਕੁਛ ਖਾਸ ਪੈਟਰਨ ਦੇ ਵਿੱਚ ਇੱਕ ਖਾਸ ਆਕਾਰ ਦੇ ਵਿੱਚ ਤਾਰੇ ਜੁੜਦੇ ਹੋਏ ਦਿਖਾਈ ਦਿੰਦੇ ਹਨ। ਅਸੀਂ ਇਹਨਾਂ ਨੂੰ ਤਾਰਾ ਮੰਡਲ ਆਖਦੇ ਹਾਂ। ਜੇ ਇਹ ਤਾਰਾ ਮੰਡਲ ਕਈ ਵਾਰ ਕਿਸੇ ਪਸ਼ੂ ਆਕ੍ਰਿਤੀ ਦੇ ਰੂਪ ਵਿੱਚ ਵੀ ਹੁੰਦੇ ਹਨ, ਕਈ ਵਾਰ ਕਿਸੇ ਮਨੁੱਖੀ ਆਕ੍ਰਿਤੀ ਦੇ ਰੂਪ ਵਿੱਚ ਵੀ ਹੁੰਦੇ ਹਨ, ਕਈ ਵਾਰ ਸਾਡੇ ਆਲੇ ਦੁਆਲੇ ਪਈਆਂ ਕੁਝ ਵਸਤੂਆਂ ਦੀ ਆਕ੍ਰਿਤੀ ਦੇ ਵਿੱਚ ਵੀ ਹੁੰਦੇ ਹਨ। ਤਾਰਾ ਮੰਡਲਾਂ ਵਿੱਚੋਂ ਸਪਤਰਿਸ਼ੀ ਤਾਰਾ ਮੰਡਲ ਪੁਰਾਣੇ ਸਮਿਆਂ ਤੋਂ ਪ੍ਰਚਲਿਤ ਹੈ। ਇਹ 7 ਤਾਰਿਆਂ ਦਾ ਇੱਕ ਸਮੂਹ ਹੁੰਦਾ ਹੈ ਜਿਹੜੇ ਕਿ ਇੱਕ ਵੱਡੇ ਪ੍ਰਸ਼ਨ ਚਿੰਨ੍ਹ ਦੀ ਆਕ੍ਰਿਤੀ ਦੇ ਵਾਂਗ ਹੀ ਜਾਪਦਾ ਹੈ। ਇਹ ਤਾਰੇ ਸਾਡੀ ਧਰਤੀ ਤੋਂ ਬਹੁਤ ਜ਼ਿਆਦਾ ਦੂਰ ਹਨ। ਇਹਨਾਂ ਦੀ ਰੌਸ਼ਨੀ ਹੈ ਜਿਹੜੀ ਧਰਤੀ ਦੇ ਆਲੇ ਦੁਆਲੇ ਹਵਾ ਦੇ ਗਿਲਾਫ ਦੇ ਵਿੱਚੋਂ ਤਹਿਾਂ ਦੇ ਵਿੱਚੋਂ ਇਸ ਨੂੰ ਲੰਘਣਾ ਪੈਂਦਾ ਹੈ, ਇਸ ਕਰਕੇ ਇਹ ਟਿਮਟਿਮਾਉਂਦੇ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਦੂਰੀ ਹੈ ਉਸ ਨੂੰ ਕਿਲੋਮੀਟਰਾਂ ਦੇ ਵਿੱਚ ਦਿਖਾਉਣਾ ਜਾਂ ਦੱਸਣਾ ਬਹੁਤ ਜ਼ਿਆਦਾ ਔਖਾ ਹੈ। ਇਸ ਦੇ ਲਈ ਜੋ ਪੈਮਾਨਾ ਵਰਤਿਆ ਜਾਂਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਪ੍ਰਕਾਸ਼ ਸਾਲ। ਅਸੀਂ ਪ੍ਰਕਾਸ਼ ਸਾਲ ਦੇ ਬਾਰੇ 'ਚ ਇੱਥੇ ਥੋੜ੍ਹਾ ਜਿਹਾ ਜਾਣ ਲੈਂਦੇ ਹਾਂ। ਪ੍ਰਕਾਸ਼ ਸਾਲ, ਜਿਸ ਨੂੰ ਇੰਗਲਿਸ਼ ਦੇ ਵਿੱਚ ਲਾਈਟ ਈਅਰ ਕਿਹਾ ਜਾਂਦਾ ਹੈ, ਪ੍ਰਕਾਸ਼ ਜਾਂ ਰੌਸ਼ਨੀ ਜੋ 1 ਸੈਕਿੰਡ ਵਿੱਚ ਲਗਭਗ 3 ਲੱਖ ਕਿਲੋਮੀਟਰ ਸਫ਼ਰ ਤੈਅ ਕਰਦਾ ਹੈ। ਪ੍ਰਕਾਸ਼ ਦੀ ਇੱਕ ਕਿਰਨ 1 ਸਾਲ ਦੇ ਵਿੱਚ ਲਗਾਤਾਰ ਚੱਲਦਿਆਂ ਜਿੰਨਾ ਸਫ਼ਰ ਤੈਅ ਕਰਦੀ ਹੈ ਉਸ ਨੂੰ ਪ੍ਰਕਾਸ਼ ਸਾਲ ਆਖਿਆ ਜਾਂਦਾ ਹੈ। ਇੱਕ ਵਾਰ ਦੁਬਾਰਾ ਇਸ ਨੂੰ ਜਾਣ ਲਵੋ ਕਿਉਂਕਿ ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਪ੍ਰਕਾਸ਼ ਦੀ ਰੌਸ਼ਨੀ 1 ਸਾਲ ਦੇ ਵਿੱਚ ਲਗਾਤਾਰ ਜਿੰਨਾ ਸਫ਼ਰ ਤੈਅ ਕਰਦੀ ਹੈ ਉਸ ਨੂੰ ਅਸੀਂ ਪ੍ਰਕਾਸ਼ ਸਾਲ ਆਖਦੇ ਹਾਂ। ਔਰ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸੂਰਜ ਜਾਂ ਹੋਰ ਜਿਹੜੇ ਤਾਰੇ ਹਨ ਉਹ ਸਾਡੇ ਤੋਂ ਕਿੰਨੀ ਦੂਰ ਹਨ ਕਿ ਅਸੀਂ ਉਹਨਾਂ ਦਾ ਜੋ ਦੂਰੀ ਦਾ ਅੰਦਾਜ਼ਾ ਹੈ ਉਹ ਕਿਲੋਮੀਟਰਾਂ ਦੇ ਵਿੱਚ ਨਹੀਂ ਲਗਾ ਸਕਦੇ। ਇਸ ਦੇ ਲਈ ਸਾਨੂੰ ਜੋ ਪੈਮਾਨਾ ਵਰਤਣਾ ਪੈਂਦਾ ਹੈ ਉਸ ਨੂੰ ਅਸੀਂ ਪ੍ਰਕਾਸ਼ ਸਾਲ ਆਖਦੇ ਹਾਂ। ਅਤੇ ਤੁਸੀਂ ਜਾਣ ਕੇ ਬੜੇ ਹੈਰਾਨ ਹੋਵੋਗੇ ਕਿ ਸੂਰਜ ਦੀ ਜੋ ਰੌਸ਼ਨੀ ਹੈ ਧਰਤੀ 'ਤੇ ਉਹ ਲਗਭਗ 8 ਮਿੰਟਾਂ ਤੋਂ ਵੀ ਜ਼ਿਆਦਾ 8 ਮਿੰਟ 16 ਸੈਕਿੰਡ ਦੇ ਵਿੱਚ ਉਹ ਧਰਤੀ ਦੇ ਉੱਪਰ ਪਹੁੰਚਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸੂਰਜ ਵੀ ਧਰਤੀ ਤੋਂ ਕਿੰਨੀ ਜ਼ਿਆਦਾ ਦੂਰ ਹੈ। ਇਸ ਵੀਡੀਓ ਦੇ ਵਿੱਚ ਅਸੀਂ ਜਾਣਿਆ ਬ੍ਰਹਿਮੰਡ ਦੇ ਬਾਰੇ 'ਚ। ਬ੍ਰਹਿਮੰਡ ਦੇ ਜੋ ਮੁੱਢਲੀ ਜਾਣਕਾਰੀ ਅਸੀਂ ਉਸ ਦੇ ਬਾਰੇ 'ਚ ਪ੍ਰਾਪਤ ਕੀਤੀ ਅਤੇ ਅਸੀਂ ਜਾਣਿਆ ਕਿ ਜੋ ਤਾਰੇ ਹਨ ਉਹ ਕਿਵੇਂ ਚਮਕਦੇ ਹਨ, ਕੀ ਉਹਨਾਂ ਦਾ ਸੋਰਸ ਆਫ ਐਨਰਜੀ ਹੈ। ਅਤੇ ਦੂਸਰਾ ਅਸੀਂ ਇਸ ਆਬਜੈਕਟ ਦੇ ਇਸ ਵੀਡੀਓ ਦੇ ਰਾਹੀਂ ਪ੍ਰਕਾਸ਼ ਸਾਲ ਖਗੋਲ ਵਿਗਿਆਨ ਦੇ ਬਾਰੇ 'ਚ ਵੀ ਜਾਣਕਾਰੀ ਪ੍ਰਾਪਤ ਕੀਤੀ, ਅਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ ਸੂਰਜ ਅਤੇ ਸੂਰਜੀ ਪਰਿਵਾਰ ਬਾਰੇ। ਤਦ ਤੱਕ ਦੇ ਲਈ
ਇਸ ਪਾਠ ਨੂੰ ਦੁਹਰਾਇਆ ਜਾ ਸਕਦਾ ਹੈਗਾ। ਔਰ ਜੇ ਕੋਈ ਵੀ ਦਿੱਕਤ ਤੁਹਾਨੂੰ ਇਸ ਦੇ ਵਿੱਚੋਂ ਲੱਗਦੀ ਹੈ ਤਾਂ ਮੈਨੂੰ ਕਾਲ ਕਰਕੇ ਤੁਸੀਂ ਇਸ ਦੇ ਬਾਰੇ 'ਚ ਪੁੱਛ ਸਕਦੇ ਹੋ।